हम अवगुण भरे एक गुण नाही, अमृत छाड़ बिख बिख। माया मोह भरम पै भूले, सुत दारा स्यों। एक उत्तम पंथ सुन्यो गुर संगत, तेह मिलंत यंत्र समटाई। एक अरदास पाठ कीरत की, गुर रामदास राखो शरणाई। सकहो टल गुर सेविय, अहनस सहज पाए। दर्शन परसै गुरु कै जन्म, मरण दुख जाए। होवै सिफत खसम दी, नूर अरसों कुरसों टटिए। खुद डिठे सच्चे पातशाह मल जन्म जन्म दी कटिए। सच्चा पातशाह सिर शाहां दा शाह, जिस पास बैठिया सोही है। सबना दा वेसाहो। सतनाम वाहिगुरु साहिब जी। बिलावल महला पंजवा। मात पिता सुत बंधप भाई, नानक हुआ पार ब्रह्म सहाय। मात पिता सुत बंधप भाई, नानक हुआ पार ब्रह्म सहाय। सुख सहज आनंद घणे, गुर पूरा पूरी जा की बाणी। अनक गुणा जाके जाहे ना गणे। रहाव सगल सरंजाम करे प्रभ आपे। भय मनोरथ सो प्रभ जापे। अर्थ धर्म काम मोख का दाता। पूरी भई सिमर सिमर विधाता। साध संग नानक रंग माणिया। घर आया पूरै गुर आणिया। साध संग नानक रंग माणिया। घर आया पूरै गुर आणिया। वाहिगुरु जी का खालसा, वाहिगुरु जी की फतेह। परम सत्कारयोग सन्मानयोग गुरु पातशाह दे प्यार दे रंग विच रंगी हुई गुरु स्वरूप गुरु खालसा साध संगत जीओ, धनता दे पात्र हो। अमृत वेले तो गुरु चरनां विच हाजरियां भर के अपने जीवन दीयां घड़ियां सवास गुरु लेखे लाउंदियां सफला कर रहे पंचम पातशाह शहीदां दे सरताज सतगुरु बाणी दे रचनहार सतगुरु
ਧੰਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਬਖਸ਼ਿਸ਼ ਕਰਕੇ ਪਵਿੱਤਰ ਸ੍ਰੀ ਮੁਖਵਾਕ ਦੀ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਦਇਆ ਨਿਰੰਤਰਯਾਮੀ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਮੇਰਾਂ ਦੇ ਘਰ ਵਿੱਚ ਆਏ ਹਨ। ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਸ੍ਰੀ ਮੁਖਵਾਕ ਨੂੰ ਵਿਚਾਰਨ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਜੁੜ ਬੈਠੇ ਹਾਂ। ਗੁਰੂ ਸਾਹਿਬ ਤਰਸ ਕਰਨ, ਕਿਰਪਾ ਕਰਨ, ਸਾਨੂੰ ਸਾਵਧਾਨਤਾ ਇਕਾਗਰਤਾ ਪ੍ਰਦਾਨ ਕਰਨ, ਜਿਸ ਦੁਆਰਾ ਸਤਿਗੁਰਾਂ ਦੇ ਸ਼ਬਦ ਦੇ ਸਿਧਾਂਤ ਦੀ ਸਾਨੂੰ ਸਮਝ ਪੈ ਸਕੇ। ਇਕਾਗਰਤਾ ਨਾ ਹੋਵੇ, ਸੁਰਤ ਨਾ ਜੁੜੀ ਹੋਵੇ ਤੋ ਸਤਿਗੁਰਾਂ ਦੇ ਸ਼ਬਦ ਦੇ ਜੋ ਗੁੱਝੇ ਭਾਵ ਹਨ ਉਹ ਸਮਝ ਵਿੱਚ ਨਹੀਂ ਪੈਂਦੇ, ਕਿਉਂਕਿ ਸ਼ਬਦ ਹਮੇਸ਼ਾ ਸੁਰਤੀ 'ਚ ਆ ਕੇ ਨਿਵਾਸ ਕਰਦਾ ਹੈ। ਸਥੂਲ ਸਰੀਰ ਤੇ ਸ਼ਬਦ ਦਾ ਮੇਲ ਨਹੀਂ, ਸੂਖਸ਼ਮ ਸੁਰਤੀ ਵਿੱਚ ਹੀ ਸੂਖਸ਼ਮ ਸ਼ਬਦ ਦਾ ਨਿਵਾਸ ਹੁੰਦਾ ਹੈ। ਇਸ ਕਰਕੇ ਸੁਰਤ ਦੀ ਜਿਤਨੀ ਮਹੀਨਤਾ ਹੋਵੇਗੀ, ਸੁਰਤ ਜਿਤਨੀ ਇਕਾਗਰ ਹੋਵੇਗੀ, ਸੁਰਤ ਜਿਤਨੀ ਜੁੜੀ ਹੋਈ ਹੋਵੇਗੀ, ਸ਼ਬਦ ਦਾ ਰਸ ਸੁਰਤ ਵਿੱਚ ਉਤਨਾ ਹੀ ਅਧਿਕ ਆਵੇਗਾ। ਆਓ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਗੁਰਦੇਵ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜਨ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ। ਮਾਤ ਪਿਤਾ ਸੁਤ ਬੰਧਪ ਭਾਈ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। हे ਵਾਹਿਗੁਰੂ, ਤੂੰ ਮੇਰੀ ਮਾਤਾ ਵੀ ਹੈ, ਤੂੰ ਮੇਰਾ ਪਿਤਾ ਵੀ ਹੈ। ਪਰਮੇਸ਼ਰ ਨੂੰ, ਗੁਰਦੇਵ ਨੂੰ ਮਹਾਰਾਜ ਜੀ ਨੇ ਮਾਤਾ ਰੂਪ ਦੇ ਵਿੱਚ ਵੀ ਅਰਾਧਿਆ। ਅਕਾਲ ਪੁਰਖ ਪਰਮੇਸ਼ਰ ਨੂੰ ਜਦੋਂ ਮਾਤਾ ਰੂਪ ਵਿੱਚ ਅਰਾਧਾਂਗੇ ਤੇ ਉਹ ਕਿਵੇਂ ਮਾਂ ਬਣ ਕੇ ਜੀਵਾਂ ਦੀ ਪਾਲਣਾ ਕਰਦਾ ਹੈ। ਮਾਂ ਦਾ ਸਨੇਹ ਆਪਣੇ ਬਾਲਕ ਨਾਲ, ਆਪਣੇ ਪੁੱਤਰ ਨਾਲ ਕਿਹੋ ਜਿਹਾ ਹੁੰਦਾ, ਇਹਦਾ ਪ੍ਰਮਾਣ ਇਹਦੀ ਉਦਾਹਰਣ ਗੁਰਬਾਣੀ ਵਿੱਚ ਹੁੰਦੀ ਹੈ। ਮਾਤਾ ਪ੍ਰੀਤ ਕਰੇ ਪੁੱਤ ਖਾਏ। ਪੁੱਤਰ ਖਾ ਰਿਹਾ ਹੋਵੇ ਨਾ ਭੋਜਨ ਤੇ ਮਾਂ ਦਾ ਮਨ ਗਦ-ਗਦ ਜਾਂਦਾ ਵੇਖ ਵੇਖ ਕੇ ਵੀ ਮੇਰਾ ਪੁੱਤਰ ਭੋਜਨ ਛਕ ਰਿਹਾ। ਉਹਦੇ ਅੰਦਰ ਪ੍ਰੀਤ ਹੈ। ਆਪ ਭਾਵੇਂ ਭੁੱਖੀ ਰਹਿ ਜਾਏ, ਆਪ ਭਾਵੇਂ ਪਿਆਸ ਕੱਟ ਲਵੇ, ਪਰ ਆਪਣੇ ਪੁੱਤਰ ਨੂੰ ਭੋਜਨ ਖਵਾ ਕੇ ਮਾਂ ਦਾ ਹਿਰਦਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ। ਉਹਦੇ ਅੰਦਰ ਆਪਣੇ ਪੁੱਤਰ ਦੀ ਪ੍ਰੀਤ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡੀ ਮਾਤਾ ਵੀ ਹੈ। ਗੁਰਦੇਵ ਮਾਤਾ, ਗੁਰਦੇਵ ਸਤਿਗੁਰੂ ਜੀ ਸਾਡੇ ਮਾਤਾ ਸਵਰੂਪ ਵੀ ਨੇ। ਔਰ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਮਾਤਾ ਬਣ ਕੇ ਪਰਵਰਿਸ਼ ਕਰਦੇ ਨੇ ਉਦੋਂ ਫਿਰ ਮਾਤਾ ਰੂਪ ਦੇ ਵਿੱਚ ਵੀ ਆਰਾਧਨਾ ਅਕਾਲ ਪੁਰਖ ਦੀ। ਮਾਤਾ ਰੂਪ ਦੇ ਵਿੱਚ ਵੀ ਉਸ ਦਾ ਚਿੰਤਨ ਹੈ। ਉਰੇ ਮਾਤਾ ਸਵਰੂਪ ਵਿੱਚ ਜਦੋਂ ਪਰਮੇਸ਼ਰ ਦੀ ਆਰਾਧਨਾ ਹੁੰਦੀ ਹੈ ਗੁਰੂ ਖਾਲਸਾ ਜੀ, ਉਸ ਵੇਲੇ ਉਹਨੂੰ ਸਾਕਾਰ ਰੂਪ ਦੇ ਵਿੱਚ ਜਾਂ ਆਕਾਰ ਦੀ ਚਿਤਵਨੀ ਕਰਕੇ ਨਹੀਂ ਹੁੰਦੀ। ਪਰਮਾਤਮਾ ਨਿਰਾਕਾਰ ਹੈ। ਤੂੰ ਨਿਰਾਕਾਰ ਸਵਰੂਪ ਦੇ ਵਿੱਚ ਹੀ ਉਸ ਨੂੰ ਵਿਆਪਕ ਰੂਪ ਜਾਣਦਿਆਂ ਹੋਇਆਂ
ਏਕਾਦੇਸੀ ਨਹੀਂ ਮੰਨਣਾ ਵੀ ਇੱਕ ਦੇਸ਼ ਵਿੱਚ ਇੱਕ ਜਗ੍ਹਾ ਤੇ ਇੱਕ ਸਥਾਨ ਤੇ ਰਹਿੰਦਾ। ਉਹ ਮਾਤਾ ਬਣ ਕੇ ਹਰ ਵੇਲੇ ਹਰ ਵਕਤ ਹਰ ਇੱਕ ਜੀਵ ਦੇ ਅੰਗ ਸੰਗ ਹੈ, ਹਰ ਇੱਕ ਜੀਵ ਦੇ ਨਾਲ ਹੈ। ਤੋ ਜਿੱਥੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਮਾਤਾ ਰੂਪ ਦੇ ਵਿੱਚ ਆਰਾਧਿਆ, ਉੱਥੇ ਅਕਾਲ ਪੁਰਖ ਪਰਮੇਸ਼ਰ ਨੂੰ ਪਿਤਾ ਰੂਪ ਦੇ ਵਿੱਚ ਵੀ ਆਰਾਧਿਆ। ਹੇ ਵਾਹਿਗੁਰੂ, ਤੂੰ ਸਾਡਾ ਪਿਤਾ ਵੀ ਹੈ। ਤੇ ਫਿਰ ਜਿੱਥੇ ਪੁੱਤਰ ਦੀ ਲੋੜ ਪਈ, ਹੇ ਵਾਹਿਗੁਰੂ, ਤੂੰ ਮੇਰੇ ਵਾਸਤੇ ਸੁੱਤ ਰੂਪ ਵੀ ਹੈ। ਆਖੋ ਸਤਿਨਾਮ ਸ੍ਰੀ। ਜਨਮ ਸਾਖੀ ਚ ਜ਼ਿਕਰ ਆਉਂਦਾ ਹੈ ਕਿ ਪਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ ਔਰ ਮਾਤਾ ਤ੍ਰਿਪਤਾ ਜੀ ਨੇ ਪਿਛਲੇ ਕਈ ਜਨਮਾਂ ਚ ਸਾਧਨਾ ਕੀਤੀ, ਤਪ ਕੀਤਾ। ਤਪ ਤੇ ਪ੍ਰਸੰਨ ਹੋ ਕੇ ਰੱਬ ਨੇ ਆਖਿਆ, ਪਰਮੇਸ਼ਰ ਨੇ ਆਖਿਆ, ਮੰਗੋ ਕੀ ਚਾਹੀਦਾ। ਤਾਂ ਕੀ ਮੰਗ ਸੀ? ਵਾਹਿਗੁਰੂ, ਸਾਡੇ ਘਰ ਪੁੱਤਰ ਬਣ ਕੇ ਜਨਮ ਲਵੋ। ਇਹ ਮੰਗ ਮੰਗੀ। ਔਰ ਏਡੀ ਵੱਡੀ ਮਹਾਨ ਸ਼ਕਤੀ ਨੇ, ਅਕਾਲ ਪੁਰਖ ਨੇ ਆਉਣਾ, ਉਹਦੇ ਲਈ ਮਾਤਾ ਦਾ ਉਦਰ, ਮਾਤਾ ਦੀ ਕੁੱਖ ਕਿਤਨੀ ਤਿਆਰ ਹੋਣੀ ਚਾਹੀਦੀ ਹੈ। ਕਈ ਜਨਮ ਦੀ ਤਪੱਸਿਆ। ਤੇ ਫਿਰ ਬਚਨ ਹੋਇਆ, ਆਵਾਂਗੇ ਪਰ ਪੁੱਤਰ ਕਰਕੇ ਵੇਖੋਗੇ ਕਲਿਆਣ ਦਾਸ ਜੀ, ਕਿਉਂਕਿ ਮੰਗੀ ਹੈ ਮੰਗੀ। ਤੋ ਇਹ ਵੀ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਹੈ। ਇਸ ਕਰਕੇ ਜਿੱਥੇ ਸੁੱਤ ਦੀ ਬਾਤ ਹੋਈ ਹੈ, ਹੇ ਵਾਹਿਗੁਰੂ, ਤੂੰ ਪੁੱਤਰ ਬਣ ਕੇ ਵੀ ਮੇਰੀ ਸਹਾਇਤਾ ਕਰਨ ਵਾਲਾ। ਬੰਧਪ ਕਹਿੰਦੇ ਨੇ ਰਿਸ਼ਤੇਦਾਰ ਸੰਬੰਧੀ ਨੂੰ। ਜਿੱਥੇ ਕਿਸੇ ਰਿਸ਼ਤੇਦਾਰ ਨੇ ਨਾਲ ਨਿਭਣਾ ਹੁੰਦਾ, ਹੇ ਵਾਹਿਗੁਰੂ, ਉੱਥੇ ਤੂੰ ਹੀ ਮੇਰਾ ਰਿਸ਼ਤੇਦਾਰ ਹੈ, ਮੇਰੇ ਨਾਲ ਨਿਭਣ ਵਾਲਾ। ਭਾਈ ਮੇਰਾ ਭਰਾ ਵੀ, ਹੇ ਵਾਹਿਗੁਰੂ, ਤੂੰ ਹੀ ਹੈ। ਸਭ ਕੁਝ ਤੂੰ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਤੂੰ ਹੀ ਤੂੰ ਹੈ। ਜਿੱਥੇ ਭਾਈ ਦੀ ਜ਼ਰੂਰਤ, ਉੱਥੇ ਭਾਈ ਬਣ ਕੇ ਵੀ ਨਾਲ ਨਿਭਣੇ ਵਾਲੇ। ਲਛਮਣ ਜੀ ਨੇ, ਬਲਰਾਮ ਜੀ ਨੇ ਕਾਂਖਾ ਇਹ ਕੀਤੀ, ਭਗਵਾਨ ਜੀ ਤੁਹਾਡੇ ਭਰਾਤਾ ਬਣ ਕੇ ਜਨਮੀਏ। ਉਹਨਾਂ ਦੀ ਭਗਤੀ ਹੈ। ਤੋ ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਭਰਾ ਵੀ ਹੋ, ਭਾਈ ਵੀ ਹੋ। ਹਾਂਜੀ। ਨਾਨਕ ਹੋਆ ਪਾਰ ਬ੍ਰਹਮ ਸਹਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰ ਵੇਲੇ ਹਰ ਜਗ੍ਹਾ ਤੇ ਹਰ ਥਾਂ ਤੇ ਮਾਂ ਬਣ ਕੇ, ਪਿਓ ਬਣ ਕੇ, ਪੁੱਤ ਬਣ ਕੇ, ਰਿਸ਼ਤੇਦਾਰ ਬਣ ਕੇ, ਸੰਬੰਧੀ ਬਣ ਕੇ, ਭਾਈ ਬਣ ਕੇ ਉਹ ਸਾਡੀ ਸਹਾਇਤਾ ਕਰਨ ਵਾਲਾ ਹੈ। ਹਰ ਜਗ੍ਹਾ ਤੇ, ਹਰ ਥਾਂ ਤੇ ਉਹਨੇ ਸਾਡੀ ਸਹਾਇਤਾ ਕੀਤੀ। ਹਰ ਜਗ੍ਹਾ ਤੇ ਉਹ ਸਾਡਾ ਮਦਦਗਾਰ ਹੈ। ਉਹਦੇ ਬਿਨਾਂ ਸਾਡਾ ਕੋਈ ਸਹਾਈ ਨਹੀਂ ਹੈ। ਸੂਖ ਸਹਿਜ ਆਨੰਦ ਕਣੇ। ਮੇਰੇ ਮਾਲਕ ਨੇ ਸਾਡੇ ਤੇ ਬੜਾ ਹੀ ਤਰਸ ਕੀਤਾ, ਇੰਨੇ ਸੁੱਖ ਬਖਸ਼ੇ ਨੇ, ਆਹਾ ਵੀ ਉਹ ਗਿਣੇ ਨਹੀਂ ਜਾ ਸਕਦੇ। ਸਤਿਗੁਰਾਂ ਸਾਨੂੰ ਕਿੰਨੇ ਸੁੱਖ ਬਖਸ਼ੇ, ਕਿੰਨੇ ਆਨੰਦ ਬਖਸ਼ੇ ਨੇ, ਕੋਈ ਗਿਣੇ ਜਾ ਸਕਦੇ ਨੇ? ਭਲਾ ਕੋਈ ਅੰਤ ਹੈ? ਇਹ ਤਾਂ ਮਨੁੱਖ ਦੁਖੀ ਤਾਂ ਆ, ਇਹਨੂੰ ਆਪਣੇ ਉਹ ਸੁੱਖ ਆਨੰਦ ਦਿਸਦੇ ਨਹੀਂ, ਦੂਜਿਆਂ ਦੇ ਦਿਸਦੇ ਆ ਤਾਂ ਦੁਖੀ ਆ। ਉਦਾਂ ਦੁਖੀ ਨਹੀਂ ਹੈ ਮਨੁੱਖ। ਤੇ ਜਦੋਂ ਦੂਜਿਆਂ ਤੋਂ ਆਪਣੇ ਤੋਂ ਅਧਿਕ ਕਰਕੇ ਵੇਖਦਾ ਨਾ, ਵੀ ਮੇਰੇ ਤੋਂ ਵੱਧ ਫਲਾਣੇ ਕੋਲ ਹੈ, ਮੇਰੇ ਤੋਂ ਅਧਿਕ ਫਲਾਣੇ ਕੋਲ ਹੈ, ਫਿਰ ਦੁਖੀ ਹੁੰਦਾ। ਜੇ ਕਿਤੇ ਦੀ ਦ੍ਰਿਸ਼ਟੀ ਪੈ ਜਾਏ, ਇਹ ਵੇਖਣ ਲੱਗ ਪਏ ਵੀ ਮੇਰੇ ਤੋਂ ਘੱਟ ਵਾਲੇ ਵੀ ਹਨ, ਫਿਰ ਸ਼ਾਇਦ ਸੰਤੁਸ਼ਟ ਹੋ ਜਾਏ ਤੇ ਫਿਰ ਆਖੇ, ਹਾਂ ਮੇਰੇ ਮਾਲਕ ਨੇ ਬੜੇ ਹੀ ਸੁੱਖ ਦਿੱਤੇ ਆ, ਬੜੇ ਹੀ ਆਨੰਦ ਦਿੱਤੇ, ਕੋਈ ਕਮੀ ਰੱਖੀ ਨਹੀਂ ਸਾਹਿਬ ਨੇ। ਪਾੜੀ ਪਾਟੇ ਪਏ ਆ, ਪੜ ਕੋਈ ਅੰਤ ਹੈ ਭਲਾ? ਕਿੰਨੇ ਸੁੱਖ, ਕਿੰਨੇ ਆਨੰਦ ਬਖਸ਼ੇ ਨੇ। ਕਿ ਸੁੱਖ ਆਨੰਦ ਬਾਹਰੀ ਹੁੰਦੇ ਆ, ਸੰਸਾਰ ਦੇ ਹੀ ਹੁੰਦੇ ਆ? ਸੁੱਖ ਆਨੰਦ ਤਾਂ ਅੰਤਰੀਵੀ ਵੀ ਹੈ। ਉਹ ਅੰਦਰ ਦਾ ਜਿਹੜਾ ਸੁੱਖ ਆਨੰਦ ਹੈ, ਉਹ ਤਾਂ ਕਿਸੇ ਸੰਸਾਰੀ ਸੁੱਖ ਆਨੰਦ ਦੇ ਨਾਲ ਉਹਦਾ
ਤੁਲਨਾ ਹੀ ਨਹੀਂ ਕੀਤੀ ਜਾ ਸਕਦੀ, ਦੱਸਿਆ ਹੀ ਨਹੀਂ ਜਾ ਸਕਦਾ ਵੀ ਇਹਦੇ ਬਰਾਬਰ ਹੈ। ਤੋ ਮੇਰੇ ਸਾਹਿਬ ਨੇ ਸਾਡੇ ਤੇ ਬੜਾ ਤਰਸ ਕੀਤਾ, ਸਾਨੂੰ ਸਹਿਜ ਦਾ ਸੁੱਖ ਦਿੱਤਾ, ਘਣੇ ਆਨੰਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰ ਪੂਰਾ ਪੂਰੀ ਜਾਂ ਕੀ ਬਾਣੀ, ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਮੇਰਾ ਗੁਰੂ ਪੂਰਾ ਹੈ ਔਰ ਮੇਰੇ ਗੁਰੂ ਦੀ ਬਾਣੀ ਵੀ ਪੂਰੀ ਹੈ। ਇਹ ਨਿਸ਼ਚਾ ਸਾਡੇ ਅੰਦਰ ਇੰਨਾ ਪਰਪੱਕ ਹੋਣਾ ਚਾਹੀਦਾ ਵੀ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਵਿਅਕਤੀ ਕਹਿ ਦੇਵੇ ਕਿ ਗੁਰਬਾਣੀ ਵਿੱਚ ਆਹ ਚੀਜ਼ ਦੀ ਕਮੀ ਆ, ਸਿੱਖ ਇਸ ਗੱਲ ਨੂੰ ਕਦੇ ਕਬੂਲ ਨਹੀਂ ਕਰੇਗਾ। ਭਾਵੇਂ ਖੁਦ ਬ੍ਰਹਮਾ ਆ ਕੇ 33 ਕਰੋੜ ਦੇਵੀ ਦੇਵਤੇ ਆ ਕੇ ਆਖਣ ਲੱਗ ਪੈਣ, ਸਿੱਖ ਦਾ ਨਿਸ਼ਚਾ ਇਤਨਾ ਪਰਪੱਕ ਹੈ ਕਿ ਮੇਰਾ ਗੁਰੂ ਪੂਰਾ ਹੈ ਤੇ ਮੇਰੇ ਪੂਰੇ ਗੁਰੂ ਦੀ ਬਾਣੀ ਵੀ ਪੂਰੀ ਹੈ। ਔਰ ਇਹਦੇ ਚ ਕੋਈ ਅਤਿਉਕਤੀ ਨਹੀਂ ਹੈ, ਇਹ ਕੋਈ ਵਿਉਦਘਾਤ ਨਹੀਂ ਹੈ, ਇਹ ਸੱਚ ਹੈ। ਸਾਹਿਬ ਦੀ ਬਾਣੀ ਵੀ ਪੂਰੀ ਹੈ। ਜੋ ਸਾਹਿਬ ਨੇ ਕਿਹਾ ਇਤੀ ਹੈ, ਵਾਸਤਵਿਕ ਹੈ, ਉਹਦੇ ਵਿੱਚ ਕਦੇ ਕੋਈ ਉਂਗਲ ਚੁੱਕ ਕੇ ਸ਼ੰਕਾ ਨਹੀਂ ਕਰ ਸਕਦਾ। ਇੱਕ ਪੰਡਤ ਨੇ ਜਪਜੀ ਸਾਹਿਬ ਦੇ ਮੂਲ ਮੰਤਰ ਦੇ ਨਿਰਭਉ ਅੱਖਰ ਦੇ ਉੱਤੇ ਕਿੰਤੂ ਕੀਤਾ ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਉਹਦਾ ਖੰਡਨ ਕਰਨ ਵਾਸਤੇ ਜਪਜੀ ਸਾਹਿਬ ਦਾ ਟੀਕਾ ਕੀਤਾ ਤੇ ਟੀਕੇ ਦਾ ਨਾਂ ਰੱਖਿਆ ਗਰਭਗੰਜਨੀ ਟੀਕਾ। ਵਾਹਿਗੁਰੂ। ਵੀ ਜਿਹੜਾ ਹੰਕਾਰ ਨੂੰ ਗੱਜ ਕੇ ਰੱਖਦੇ, ਔਰ ਟੀਕਾ ਇਹੋ ਜਿਹੇ ਕਮਾਲ ਦਾ ਕੀਤਾ ਜਪਜੀ ਸਾਹਿਬ ਦਾ ਕਿ ਉਹ ਪੰਡਤ ਜਿਹੜਾ ਆਪਣੇ ਆਪ ਨੂੰ ਵਿਦਵਾਨ ਸਦਾਉਂਦਾ ਸੀ, ਸੀਸ ਝੁਕਾ ਕੇ ਹੱਥ ਜੋੜਦਾ ਸੀ ਵੀ ਇਤਨਾ ਡੂੰਘਾ, ਇਤਨੀ ਗਹਿਰਾਈ। ਉਹ ਕਹਿੰਦਾ ਸੀ ਗੁਰੂ ਨਾਨਕ ਸਾਹਿਬ ਨੂੰ ਸੰਸਕ੍ਰਿਤ ਦਾ ਗਿਆਨ ਨਹੀਂ ਸੀ। ਭਾਈ ਸੰਤੋਖ ਸਿੰਘ ਜੀ ਨੇ ਆਖਿਆ ਪੰਡਤ ਜੀ ਗਿਆਨ ਤੁਹਾਨੂੰ ਨਹੀਂ, ਭਾਈ ਸਾਹਿਬ ਉਹ ਮਹਾਕਵੀ ਨੇ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕੋਸ਼ ਤਿਆਰ ਕੀਤਾ ਸੰਸਕ੍ਰਿਤ ਦਾ ਅਮਰਕੋਸ਼, ਉਹ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਸੰਸਕ੍ਰਿਤ ਦੇ ਇਹੋ ਜਿਹੇ ਮਹਾਨ ਮਾਰਤੰਡ ਵਿਦਵਾਨ ਸੀ। ਇਸ ਕਰਕੇ ਭਾਈ ਇਸ ਗੱਲ ਦਾ ਸਾਨੂੰ ਮਾਣ ਹੋਣਾ ਚਾਹੀਦਾ, ਫਖਰ ਹੋਣਾ ਚਾਹੀਦਾ ਕਿ ਸਾਡੇ ਸਤਿਗੁਰੂ ਜੀ ਪੂਰੇ ਨੇ ਔਰ ਸਾਹਿਬ ਦੀ ਜੋ ਪਾਵਨ ਬਾਣੀ ਆ ਉਹ ਵੀ ਪੂਰੀ ਹੈ, ਤ੍ਰਈ ਕਾਲ ਪੂਰੀ। ਸੰਸਾਰ ਚਲਾਏਮਾਨ ਹੈ, ਸਭ ਕੁਝ ਚਲਾਏਮਾਨ ਹੈ। ਸੁਮੇਰ ਕਹਿੰਦੇ ਨੇ ਚੱਲ ਹੈ, ਜਿੱਥੇ ਜਾ ਕੇ ਬੈਠੇ ਨੇ ਸਿੱਧ, ਉਹ ਵੀ ਚਲਾਏਮਾਨ ਹੈ। ਸਮੁੰਦਰ ਵੀ ਚਲਾਏਮਾਨ ਹੋ ਸਕਦਾ, ਸੁੱਕ ਸਕਦਾ, ਪਰ ਜੋ ਮੇਰੇ ਸਾਹਿਬ ਨੇ ਗੁਰਬਾਣੀ ਚ ਕਿਹਾ ਉਹ ਇਤੀ ਹੈ, ਵਾਸਤਵਿਕ ਹੈ, ਇਹੀ ਸੱਚ ਹੈ। ਇਸ ਸੱਚ ਤੋਂ ਪਰੇ ਦੁਨੀਆ ਦਾ ਕੋਈ ਸੱਚ ਨਹੀਂ ਹੈ। ਮੇਰੇ ਸਾਹਿਬ ਪੂਰੇ ਨੇ, ਸਾਹਿਬ ਦੀ ਬਾਣੀ ਪੂਰੀ ਹੈ। ਅਨੇਕ ਗੁਣਾ ਜਾ ਕੇ ਜਾਹੇ ਨਾ ਗਣੇ, ਇੰਨੇ ਗੁਣ ਨੇ ਮੇਰੇ ਸਾਹਿਬ ਦੇ ਵਿੱਚ, ਜੇ ਗਿਣਤੀ ਕਰਨਾ ਚਾਹੀਏ ਤੇ ਗਿਣੇ ਨਹੀਂ ਜਾ ਸਕਦੇ। ਕਿਤਨੇ ਕੁ ਗੁਣ ਗਿਣਾਂਗੇ, ਗਿਣੇ ਹੀ ਨਹੀਂ ਜਾ ਸਕਦੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਕਿੱਥੇ ਤੱਕ ਵਰਣਨ ਕਰਾਂਗੇ ਮਹਾਰਾਜ। ਅਨੇਕਾਂ ਗੁਣਾਂ ਦੇ ਸਵਾਮੀ ਹੋ ਤੁਸੀਂ, ਅਨੇਕਾਂ ਗੁਣਾਂ ਦੇ ਮਾਲਕ ਹੋ, ਔਰ ਇਤਨੇ ਗੁਣ ਕਿ ਮਹਾਰਾਜ ਆਪ ਜੀ ਦੇ ਉਹ ਅਨੇਕਾਂ ਗੁਣ ਗਿਣੇ ਨਹੀਂ ਜਾ ਸਕਦੇ। ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ। ਮੇਰੇ ਲਈ ਸਾਰੇ ਉਪਾਅ ਮੇਰੇ ਮਾਲਕ ਨੇ ਕੀਤੇ ਨੇ। ਸਰੰਜਾਮ ਦਾ ਮਤਲਬ ਹੁੰਦਾ ਉਪਾਅ ਕਰਨੇ। ਮੇਰੇ ਲਈ ਮੇਰੇ ਸਾਰੇ ਉਪਾਅ ਮੇਰੇ ਪ੍ਰਭੂ ਨੇ ਆਪ ਹੀ ਬਣਾ ਦਿੱਤੇ ਨੇ। ਮੈਂ ਤਾਂ ਸੋਚਦਾ ਹੀ ਰਿਹਾ ਵੀ ਇਹ ਉਪਾਅ ਕਰਦਾ, ਇਹ ਕਰਦਾ, ਪਰ ਮਾਲਕ ਨੇ ਬੈਠੇ ਬਿਠਾਏ ਹੀ ਸਾਰੇ ਉਪਾਅ ਬਣਾ ਦਿੱਤੇ। ਅਸੀਂ ਕਈ ਵਾਰੀ ਸੋਚਦੇ ਹੁੰਦੇ ਆ ਵੀ ਆਹ ਕੰਮ ਕਰੀਏ, ਇਹਦੇ ਲਈ ਸਾਨੂੰ ਆਹ ਉਪਾਅ ਕਰਨਾ ਚਾਹੀਦਾ, ਆਹ ਚਾਰਾ ਕਰਨ। ਅਸੀਂ ਸੋਚਦੇ ਹੀ ਹੁੰਦੇ ਆ ਵੀ ਕੀ ਚਾਰਾ ਕਰੀਏ। ਸਤਿਗੁਰੂ ਜੀ ਆਪੇ ਕੋਈ ਨਾ ਕੋਈ ਚਾਰਾ ਬਣਾ ਦਿੰਦੇ ਆ ਨਾ। ਅਸੀਂ ਵੀ ਹੈਰਾਨ ਹੁੰਦੇ ਆ ਵੀ ਮਹਾਰਾਜ ਇਹ ਕਿਵੇਂ ਹੋ ਗਿਆ ਵੀ ਸਾਡੀ ਤਾਂ ਸੁਰਤ ਵਿੱਚ ਵੀ ਨਹੀਂ ਆਇਆ,
ਇਸ ਕਰਕੇ ਮੇਰੇ ਤਾਂ ਸਾਰੇ ਉਪਾਅ ਮੇਰੇ ਸੁਆਮੀ ਜੀ ਕਰ ਰਹੇ ਨੇ, ਮੇਰੇ ਸਾਰੇ ਚਾਰੇ। ਮੈਨੂੰ ਨਹੀਂ ਪਤਾ ਮੈਂ ਕੀ ਕਰਨਾ, ਕਿਹੜਾ ਚਾਰਾ ਕਰਨਾ, ਕਿਵੇਂ ਤਰਨਾ, ਕਿਵੇਂ ਛੁੱਟਣਾ, ਕਿਵੇਂ ਮੁਕਤ ਹੋਣਾ। ਇਹ ਤਾਂ ਮੇਰੇ ਸਾਹਿਬ ਦੇ ਹੱਥ ਵਿੱਚ ਹੈ। ਉਹਨਾਂ ਆਪ ਹੀ ਚਾਰਾ ਬਣਾ ਲੈਣਾ, ਆਪ ਹੀ ਉਪਾਅ ਰਚ ਲੈਣੇ ਆ। ਸਾਰੇ ਉਪਾਵਾਂ ਨੂੰ ਕਰਨ ਵਾਲੇ ਮੇਰੇ ਸੁਆਮੀ ਜੀ ਆਪ ਹੀ ਹਨ। ਭਏ ਮਨੋਰਥ ਸੋ ਪ੍ਰਭ ਜਾਪੇ। ਉਸ ਪ੍ਰਭੂ ਦਾ ਜਾਪ ਜਪ ਕੇ ਜਿੰਨੇ ਮਨੋਰਥ ਨੇ ਪੂਰੇ ਹੋ ਜਾਂਦੇ ਆ। ਨਿਰੰਕਾਰ ਦੇ ਜਾਪ ਨੂੰ ਜਪ ਕੇ ਸਾਰੇ ਮਨੋਰਥ ਸਿੱਧ ਹੋ ਜਾਂਦੇ ਹਨ। ਅਰਥ ਧਰਮ ਕਾਮ ਮੋਖ ਕਾ ਦਾਤਾ। ਮੇਰਾ ਵਾਹਿਗੁਰੂ ਚਾਰੇ ਪਦਾਰਥਾਂ ਦਾ ਦਾਤਾ ਹੈ। ਅਰਥ ਧਰਮ ਕਾਮ ਮੋਖ, ਚਾਰ ਚੀਜ਼ਾਂ ਨੇ। ਧਰਮ ਅਰਥ ਕਾਮ ਮੋਕਸ਼, ਚਾਰੇ ਚਾਹੀਦੀਆਂ ਸਾਨੂੰ। ਤੋ ਸਤਿਗੁਰੂ ਜੀ ਚੌਹਾਂ ਦੇ ਦਾਤੇ ਨੇ। ਪੰਜਵਾਂ ਪਦਾਰਥ ਕੋਈ ਨਹੀਂ ਦੁਨੀਆ 'ਚ, ਨਾ ਲੋਕ 'ਚ ਨਾ ਪਰਲੋਕ 'ਚ। ਇਹ ਚਾਰਾਂ ਵਿੱਚ ਹੀ ਸਾਰਾ ਕੁਝ ਆ ਜਾਂਦਾ। ਜਿਵੇਂ ਚਾਰ ਖਾਣੀਆਂ ਵਿੱਚ 84 ਲੱਖ ਜੂਨੀਆਂ ਆ ਜਾਂਦੀਆਂ, ਚਾਰਾਂ ਖਾਣੀਆਂ 'ਚ ਹੀ ਨੇ ਨਾ। ਇਸੇ ਤਰ੍ਹਾਂ ਇਹਨਾਂ ਚਾਰਾਂ ਦੇ ਵਿੱਚ ਹੀ ਦੁਨੀਆ ਦੀ ਹਰ ਸ਼ੈ ਆ ਜਾਂਦੀ ਹੈ, ਲੋਕ ਦੀ ਵੀ ਪਰਲੋਕ ਦੀ ਵੀ। ਤੋ ਮੇਰੇ ਸੁਆਮੀ ਜੀ ਧਰਮ ਦੇ, ਅਰਥ ਦੇ, ਕਾਮ ਦੇ, ਮੋਕਸ਼ ਦੇ, ਚੌ ਪਦਾਰਥਾਂ ਦੇ ਦਾਤੇ ਹਨ। ਪੂਰੇ ਭਏ ਸਿਮਰ ਸਿਮਰ ਵਿਧਾਤਾ। ਆਪਣੇ ਸਾਹਿਬ ਨੂੰ, ਵਿਧਾਤੇ ਨੂੰ ਸਿਮਰ ਸਿਮਰ ਕੇ, ਸਿਮਰ ਸਿਮਰ ਕੇ ਵਾਹਿਗੁਰੂ ਵਾਹਿਗੁਰੂ ਸਿਮਰ ਸਿਮਰ ਕੇ, ਸਿਮਰ ਸਿਮਰ ਕੇ ਮੇਰੀ ਘਾਲਣਾ ਪੂਰੀ ਹੋ ਗਈ। ਮੇਰੀ ਘਾਲਣਾ ਪੂਰਨ ਹੋ ਗਈ, ਅਧੂਰੀ ਨਹੀਂ ਰਹੀ। ਮੇਰੀ ਸੇਵਾ ਮਹਾਰਾਜ ਜੀ ਨੇ ਪੂਰੀ ਕਰ ਲਈ ਆਪਣੇ ਚਰਨਾਂ 'ਚ। ਜਾਂ ਕਹਿੰਦੇ ਆ ਮੇਰੀ ਕਮਾਈ ਪੂਰੀ ਕਰ ਦਿੱਤੀ ਹੈ। ਜਾਂ ਇਸ ਤਰ੍ਹਾਂ ਵੀ ਕਹਿ ਲਈਏ ਵੀ ਮੇਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਨੇ। ਆਪਣੇ ਸੁਆਮੀ ਨੂੰ ਸਿਮਰ ਸਿਮਰ ਕੇ ਸਾਧ ਸੰਗ ਨਾਨਕ ਰੰਗ ਮਾਣਿਆ। ਸਾਧ ਸੰਗਤ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਰੰਗ ਮਾਣਿਆ। ਸਾਧ ਸੰਗਤ ਵਿੱਚ ਆ ਕੇ ਆਪਣੇ ਸੁਆਮੀ ਦਾ ਰੰਗ ਮਾਣਿਆ ਹੈ। ਘਰ ਆਇਆ ਪੂਰੇ ਗੁਰ ਆਣਿਆ। ਮੈਂ ਆਪਣੇ ਨਿਜ ਘਰ ਆ ਗਿਆ। ਮੇਰਾ ਜਿਹੜਾ ਆਪਣਾ ਸਵੈ ਰੂਪ ਸੀ, ਨਿਜ ਘਰ ਸੀ, ਉੱਥੇ ਆ ਗਿਆ। ਆਖਿਆ ਜੀ ਕਿਵੇਂ ਆਏ ਹੋ? ਆਪਣੇ ਘਰ 'ਚ ਕਿਵੇਂ ਆਏ ਹੋ? ਕਹਿੰਦੇ ਮੇਰੇ ਪੂਰੇ ਗੁਰੂ ਜੀ ਕਿਰਪਾ ਕਰਕੇ ਮੇਰੀ ਬਾਹ ਫੜ ਕੇ ਲਿਆਏ ਨੇ, ਆਪ ਲਿਆਏ। ਜਗਤ ਗੁਰੂ ਬਾਬਾ ਜੀ ਦਾ ਇੱਕ ਕਥਨ ਕਥਾਕਾਰ ਵਿਦਵਾਨ ਕਰਦੇ ਨੇ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਜਦੋਂ ਖੁਰਮ ਦੇ ਇਲਾਕੇ 'ਚ ਆਪਣਾ ਸਰੀਰ ਤਿਆਗਣਾ ਸੀ, ਤਾਂ ਭਾਈ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਇਸ ਘਰ ਵਿੱਚ ਰੱਖਿਆ ਆਪਣੇ ਚਰਨਾਂ 'ਚ, ਹੁਣ ਉਸ ਘਰ ਤੱਕ ਵੀ ਪਹੁੰਚਦਾ ਕਰਿਓ, ਉੱਥੇ ਵੀ ਆਪਣੇ ਚਰਨਾਂ 'ਚ ਰੱਖਿਓ। ਤਾਂ ਗੁਰਦੇਵ ਨੇ ਬਚਨ ਕੀਤਾ, ਮਰਦਾਨਾ ਜੀ ਸ਼ਾਇਦ ਤੁਸੀਂ ਉਸ ਗੱਲ ਨੂੰ ਭੁੱਲ ਗਏ ਹੋਵੋਗੇ, ਪਰ ਸਾਨੂੰ ਚੇਤੇ। ਭਾਈ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਕੋਈ 6-7 ਸਾਲ ਉਮਰ ਵਿੱਚ ਵੱਡੇ ਸਨ। ਇੱਕੋ ਨਗਰ ਦੇ ਵਿੱਚ ਸੀ। ਭਾਈ ਸਾਹਿਬ ਭਾਈ ਮਰਦਾਨਾ ਜੀ ਬੇਦੀਆਂ ਦੇ ਘਰ ਇੱਕ ਦਿਨ, ਕਿਉਂਕਿ ਜਜਮਾਨ ਸੀ ਬੇਦੀ, ਤੇ ਉਹਨਾਂ ਕੋਲੋਂ ਮੰਗਣ ਲਈ ਪਹੁੰਚੇ। ਕੁਲ ਮਿਰਾਸ਼ੀ ਸਨ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਕੋਈ 2.5-3 ਸਾਲ ਦੀ ਉਮਰ ਹੋਵੇਗੀ। ਮਰਦਾਨੇ ਨੇ ਬੜਾ ਸੋਹਣਾ ਗਾਇਆ ਤੇ ਗਾ ਕੇ ਮੰਗਿਆ। ਮਾਤਾ ਜੀ ਨੇ ਘਰ ਵਿੱਚ ਕੁਝ ਆਟਾ, ਕੁਝ ਮਿਸ਼ਟਾਨ ਭਾਈ ਮਰਦਾਨੇ ਦੀ ਝੋਲੀ ਪਾਇਆ, ਤੇ ਮਰਦਾਨਾ ਗਾਉਂਦਾ ਗਾਉਂਦਾ ਹੀ ਨਾ ਬੜਾ ਮਿੱਠੀ ਮਿੱਠੀ ਆਵਾਜ਼ ਵਿੱਚ
ਪਿਤਾ ਜੀ ਹੋਣਾ ਦੇ ਘਰੋਂ, ਬੇਦੀਆਂ ਦੇ ਘਰੋਂ ਬਾਹਰ ਨਿਕਲੇ ਤੇ ਭਾਈ ਸਾਹਿਬ ਅੱਗੇ ਆਪਣੀ ਮਸਤੀ 'ਚ ਗਾਉਂਦੇ ਜਾਣ ਤੇ ਗੁਰੂ ਨਾਨਕ ਸਾਹਿਬ ਪਿੱਛੇ ਪਿੱਛੇ ਝੂਮਦੇ ਜਾਣ, ਟੁਰਦੇ ਟੁਰਦੇ ਸਹਿਜੇ ਸਹਿਜੇ। 2-2.5 ਸਾਲ ਦੀ ਉਮਰ। ਮਾਤਾ ਨੇ ਵੀ ਕਿਆ ਖਿਆਲ ਨਹੀਂ ਕੀਤਾ ਕਿ ਬੱਚਾ ਘਰੋਂ ਬਾਹਰ ਚਲਾ ਗਿਆ। ਮਰਦਾਨਾ ਪਿੱਛੇ ਉਹਨੇ ਵੀ ਨਹੀਂ ਵੇਖਿਆ ਵੀ ਗੁਰੂ ਨਾਨਕ ਸਾਹਿਬ ਪਿੱਛੇ ਪਿੱਛੇ ਆਉਂਦੇ। ਉਹ ਗਾਉਂਦਾ ਗਾਉਂਦਾ ਜਾ ਰਿਹਾ, ਗੁਰੂ ਸਾਹਿਬ ਪਿੱਛੇ ਪਿੱਛੇ ਬੜੀ ਮਸਤੀ 'ਚ, ਮਸਤੀ ਦੇ ਨਮਾਜ਼ੀ ਬਣੇ ਜਾ ਰਹੇ ਨੇ। ਮਰਦਾਨਾ ਜੀ ਘਰ ਪਹੁੰਚੇ ਤੇ ਗਲੀ ਨਾਲੋਂ ਨਾ ਉਹਨਾਂ ਦਾ ਥੜਾ ਘਰ ਦਾ ਉੱਚਾ ਸੀ। ਕੱਚੇ ਥੜੇ ਪੁਰਾਣੇ ਵੇਲਿਆਂ 'ਚ ਘਰਾਂ ਦੇ ਹੁਣੇ ਬਣੇ ਹੁੰਦੇ, ਉਚਾਈ 'ਚ ਗਲੀ ਨਾਲੋਂ। ਤੇ ਉਹ ਤਾਂ ਚੜ ਗਏ ਉੱਤੇ, ਤੇ ਗੁਰੂ ਸਾਹਿਬ ਪਿੱਛੇ ਪਿੱਛੇ ਚੜਨਾ ਚਾਹਣ ਤਾਂ ਉਹਨਾਂ ਕੋਲ ਚੜਿਆ ਨਾ ਜਾਵੇ, ਸਰੀਰ ਛੋਟਾ ਸੀ। ਇੰਨੇ ਨੂੰ ਭਾਈ ਸਾਹਿਬ ਦੇ ਪਿਤਾ ਜੀ ਬਾਹਰ ਆਏ ਤੇ ਉਹਨਾਂ ਦੀ ਨਿਗਾਹ ਪਈ। ਆਖਿਆ, ਉਹ ਮਰਦਾਨੇ ਆ ਕੀ ਕੀਤੋ ਜੇ? ਬੇਦੀਆਂ ਦੇ ਕਾਕੇ ਨੂੰ ਨਾਲ ਲੈ ਆਇਆ? ਤੈਨੂੰ ਪਤਾ ਨਹੀਂ ਪਟਵਾਰੀ ਦਾ ਸੁਭਾਅ ਕਿਹੋ ਜਿਹਾ ਗੁਸੈਲਾ? ਜੇ ਪਟਵਾਰੀ ਨੂੰ ਪਤਾ ਲੱਗ ਗਿਆ ਵੀ ਤੂੰ ਸਾਡੇ ਵਰਗੇ ਗਰੀਬ ਮਰਾਸ਼ੀਆਂ ਦੇ ਘਰ ਉਹਦੇ ਪੁੱਤ ਨੂੰ ਲੈ ਆ, ਬੇਦੀਆਂ ਦੇ ਨੂੰ, ਉੱਚੀ ਕੁੱਲ ਵਾਲੇ ਨੂੰ, ਤਾਂ ਵੇਖੀ ਉਹਨੇ ਪਤਾ ਨਹੀਂ ਸਾਡੇ ਨਾਲ ਕੀ ਕਰਨਾ। ਭਾਈ ਮਰਦਾਨਾ ਜੀ ਕਹਿੰਦੇ, ਬਾਪੂ ਅੱਬਾ ਮੈਨੂੰ ਤਾਂ ਨਹੀਂ ਸੀ ਪਤਾ ਵੀ ਇਹ ਕਿਵੇਂ ਆ ਗਏ ਪਿੱਛੇ। ਜਾ ਹੁਣ ਜਾ, ਛੱਡ ਕੇ ਆ ਇਹਨਾਂ ਨੂੰ। ਪਰ ਸਾਹਿਬ ਤਾਂ ਦੱਸ ਰਹੇ ਸਨ ਕਿ ਮੈਂ ਤਾਂ ਹਾਂ ਹੀ ਗਰੀਬਾਂ ਨੂੰ ਨਿਵਾਜਣ ਵਾਲਾ, ਜਿਨ੍ਹਾਂ ਨੂੰ ਲੋਕ ਨੀਵੀਆਂ ਕੁਲਾਂ ਦੇ ਕਹਿ ਕੇ ਦੁਰਕਾਰਦੇ ਨੇ, ਮੈਂ ਤਾਂ ਉਹਨਾਂ ਨੂੰ ਆਪਣੇ ਕੰਠ ਨਾਲ ਲਾਉਣ ਆਇਆ, ਗਲ ਨਾਲ ਲਾਉਣ ਆਇਆ। ਭਾਈ ਸਾਹਿਬ, ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੀ ਉਂਗਲ ਫੜੀ ਹੈ, ਹੱਥ ਫੜ ਕੇ ਨਾ ਕਹਿੰਦੇ, ਚੱਲ ਨਾਨਕ ਤੈਨੂੰ ਤੇਰੇ ਘਰ ਛੱਡ ਕੇ ਆਵਾਂ। ਘਰ ਪਹੁੰਚੇ, ਦਰਵਾਜ਼ੇ ਦੇ ਵਿੱਚ ਅੰਦਰ ਵਾੜਦਿਆਂ, ਨਾਨਕ ਹੁਣ ਨਾ ਮੇਰੇ ਪਿੱਛੇ ਆਈ, ਵੇਖ ਤੇਰੇ ਕਰਕੇ ਮੈਨੂੰ ਅੱਬਾ ਨੇ ਕਿਵੇਂ ਗੁੱਸੇ ਹੋ ਕੇ ਗਾਲਾਂ ਕੱਢੀਆਂ, ਤੂੰ ਆਪਣੇ ਘਰ ਰਹੋ। ਇਹ ਗੱਲ ਹੋਈ ਸੀ, ਗੁਜ਼ਰ ਗਈ। ਅੱਜ ਖੁਰਮ ਵਿੱਚ ਗੁਰੂ ਨਾਨਕ ਸਾਹਿਬ ਨੇ ਚੇਤੇ ਕਰਾਈ, ਮਰਦਾਨਾ ਜੀ ਇੱਕੋ ਦਿਨ ਸੀ ਜਿਸ ਦਿਨ ਤੁਸੀਂ ਮੈਨੂੰ ਮੇਰੇ ਘਰ ਪਹੁੰਚਾਇਆ ਸੀ। ਅੱਜ ਸਾਡੀ ਡਿਊਟੀ ਹੈ ਮਰਦਾਨਾ ਜੀ, ਅੱਜ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਦਾ ਕਰਕੇ ਆਵਾਂਗੇ। ਉਹ ਅਹਿਸਾਨ ਸੀ ਤੁਹਾਡਾ। ਘਰ ਆਇਆ ਪੂਰਾ ਗੁਰ ਆਣਿਆ। ਆਹਾ, ਕਹਿੰਦੇ ਮੈਂ ਘਰ ਆਇਆ ਆਪਣੇ, ਪਰ ਮੇਰੇ ਗੁਰੂ ਸਾਹਿਬ ਮੈਨੂੰ ਲੈ ਕੇ ਆਏ ਆਪਣੇ ਨਿਜ ਘਰ 'ਚ। ਮੇਰੇ 'ਚ ਕੀ ਤਾਣ ਸੀ, ਮੈਂ ਆਪ ਆ ਸਕਦਾ? ਮੇਰੇ ਸਾਹਿਬ ਆਪ ਤਰਸ ਕਰਕੇ ਮੈਨੂੰ ਆਪਣੇ ਘਰ 'ਚ ਲੈ ਕੇ ਆਏ।